इस करके सतगुरु महाराज कहने क्योंकि जीव नूं लालच आ ही जाता है। ਇਹਦੇ ਕਰਤੱਵ ਜਿਹੜੇ ਨੇ ਜੀਵ ਦੇ ਅੱਜ ਦੇ ਯੁੱਗ ਦੇ ਅੰਦਰ ਮਾੜੇ ਹੀ ਮਾੜੇ ਨੇ। ਨਾਮ ਵਿਹੂਣਾ ਮੁਕਤ ਕਿਵ ਹੋਏ। ਹੁਣ ਨਾਮ ਤੋਂ ਬਿਨਾਂ ਕਹਿੰਦੇ ਭਾਈ ਮੁਕਤ ਕਿਵੇਂ ਹੋਇਆ ਜਾ ਸਕਦਾ? ਜਦ ਤੱਕ ਸਾਡੇ ਮਨ ਦੇ ਅੰਦਰ ਨਾਮ ਨਹੀਂ, ਮੁਖ ਵਿੱਚ ਨਾਮ ਨਹੀਂ, ਉਦੋਂ ਤੱਕ ਅਸੀਂ ਮੁਕਤ ਕਿਵੇਂ ਹੋ ਸਕਦੇ ਹਾਂ? ਇਸ ਕਰਕੇ ਬੇਨਤੀ ਕਰਦੇ ਨੇ ਸਾਰਿਆਂ ਨੂੰ ਭਾਈ ਨਾਮ ਜਪਿਆ ਕਰੋ। ਵਿਣ ਨਾਵੈ ਵਿਰੋਧ ਸਰੀਰ। ਨਾਮ ਜਪੇ ਤੋਂ ਬਿਨਾਂ ਸਰੀਰ ਦੇ ਵਿੱਚ ਵਿਰੋਧ ਹੀ ਉੱਠੀ ਜਾਂਦਾ ਹੈ ਪਰਮੇਸ਼ਰ ਬਾਰੇ। ਵਿਰੋਧੀ ਤਾਕਤਾਂ ਜਿਹੜੀਆਂ ਸਰੀਰ ਦੇ ਅੰਦਰ ਆਪਣੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਿਸ਼ੇ ਵਿਕਾਰ, ਹੋਰ ਜਿੰਨੀਆਂ ਵੀ ਅਲਾਮਤਾਂ ਨੇ, ਨਾਮ ਤੋਂ ਬਿਨਾਂ ਵਿਰੋਧ ਸਰੀਰ, ਵਿਰੋਧ ਹੀ ਪੈਦਾ ਹੁੰਦਾ ਸਰੀਰ ਦੇ ਅੰਦਰ। ਨਾਮ ਜਪੀ ਜਾਂਦੇ ਆ ਤੇ ਸ਼ਾਂਤ ਰਹਿੰਦੇ ਨੇ, ਖਤਮ ਹੀ ਹੋ ਜਾਂਦੇ ਅੱਬਲ ਤਾਂ। ਨਹੀਂ ਤਾਂ ਸਰੀਰ ਦੇ ਅੰਦਰ ਜਿਹੜਾ ਵਿਰੋਧ ਹੈ, ਇਹ ਬਿਮਾਰੀਆਂ ਵੀ, ਆਦਿ ਵਿਆਧੀ ਉਪਾਧੀ ਵੀ ਅਤੇ ਵਿਸ਼ੇ ਵਿਕਾਰ ਵੀ, ਜਿੰਨਾ ਕੁਝ ਵੀ ਹੈ, ਨਾਮ ਤੋਂ ਬਿਨਾਂ ਸਰੀਰ ਅੰਦਰ ਵਿਰੋਧ ਹੀ ਪੈਦਾ ਹੁੰਦਾ ਰਹਿੰਦਾ ਹੈ। ਕਿਉਂ ਨਾ ਮਿਲ ਹੈ ਕੱਟ ਹੈ ਮਨ ਪੀਰ। ਕਿਉਂ ਨਹੀਂ ਮਿਲਦਾ ਤੂੰ ਵਾਹਿਗੁਰੂ ਨੂੰ ਅਤੇ ਆਪਣੇ ਮਨ ਦੀ ਪੀੜਾ ਕਿਉਂ ਨਹੀਂ ਕੱਟਦਾ? ਕਿਉਂਕਿ ਨਾਮ ਜਪੇ ਤੋਂ ਬਿਨਾਂ ਤੈਨੂੰ ਹਮੇਸ਼ਾ ਹੀ ਦੁੱਖ ਹੋਵੇਗਾ। ਇਹ ਜਾਣ ਸੰਸਾਰ ਦੇ ਅੰਦਰ ਕਿਵੇਂ ਪੱਕਾ ਨਹੀਂ ਆ ਮੈਂ ਚਲੇ ਜਾਣਾ। ਬਾਟ ਬਟਾਊ ਆਵੈ ਜਾਏ। ਬਟਾਊ ਸਿਓ ਜੋ ਲਾਵੈ ਨੇਹ ਤਾਕ ਹਾਥ ਨਾ ਆਵੈ, ਕਿਹੇ ਸ੍ਰੀ ਸੁਖਮਨੀ ਸਾਹਿਬ ਚ ਪੜ੍ਹਦੇ। ਬਾਟ ਬਟਾਊ, ਬਟਾਊ ਜਿਹੜਾ ਹੁੰਦਾ ਰਾਹੀ ਪੰਧ ਯਾਤਰੀ, ਉਹ ਬਾਟ ਤੇ ਆਉਂਦਾ ਹੈ, ਰਸਤੇ ਤੇ ਆਉਂਦਾ ਹੈ। ਆਵੈ ਜਾਏ, ਆਇਆ ਤੇ ਚਲਿਆ ਗਿਆ, ਸਰਾਂ 'ਚ ਠਹਿਰਿਆ ਚਲਿਆ ਗਿਆ। ਜਾਂ ਰਾਹੀ ਪੰਧ ਹੀ ਤੁਰੇ ਜਾਂਦੇ ਨੇ, ਉਧਰੋਂ ਹੋਰ ਆਈ ਜਾਂਦੇ ਨੇ, ਇਧਰੋਂ ਜਾਈ ਜਾਂਦੇ ਨੇ। ਇਹ ਜੀਵ ਵੀ ਸੰਸਾਰ ਦੇ ਅੰਦਰ ਇਸੇ ਤਰ੍ਹਾਂ ਹੀ ਹੈ, ਇਹ ਬਟਾਊ ਹੈ। ਆਈ ਜਾਂਦਾ, ਜਾਈ ਜਾਂਦਾ, ਆ ਗਿਆ ਫਿਰ ਚਲਿਆ ਗਿਆ, ਆ ਗਿਆ ਫਿਰ ਚਲਿਆ ਗਿਆ। ਕਿਆ ਲੈ ਆਇਆ? ਕਹਿੰਦੇ ਪਾਂਡੇ ਦੱਸ, ਜਦੋਂ ਇਹ ਦੁਨੀਆ 'ਚ ਜੀਵ ਆਉਂਦਾ ਕੀ ਲੈ ਕੇ ਆਉਂਦਾ ਹੈ? ਇਹਦੇ ਕੋਲ ਆਪਣੇ ਕੱਪੜੇ ਵੀ ਨਹੀਂ ਹੁੰਦੇ, ਨਗਨ ਅਵਸਥਾ 'ਚ ਆਉਂਦਾ ਹੈ। ਕਿਆ ਪੱਲੇ ਪਾਏ? ਇਹ ਆਪਣੇ ਪੱਲੇ ਵਿੱਚ ਕੀ ਲੈ ਕੇ ਜਾਂਦਾ ਮਰਨ ਵੇਲੇ? ਇਹ ਗੱਲ ਦੀ ਜਰਾ ਵਿਚਾਰ ਕਰਨੀ ਚਾਹੀਦੀ ਹੈ ਕਿ ਜੰਮਣ ਵੇਲੇ ਕੀ ਲੈ ਕੇ ਆਇਆ ਸੀ ਤੇ ਮਰਨ ਵੇਲੇ ਕੀ ਲੈ ਕੇ ਜਾਣਾ ਹੈ। ਜਦੋਂ ਗੱਲ ਇਹ ਬੰਦਾ ਸਮਝ ਜਾਵੇ ਕਿ ਨਾ ਜੰਮਣ ਵੇਲੇ ਕੁਝ ਲੈ ਕੇ ਆਇਆ ਤਾਂ ਮਰਨ ਵੇਲੇ ਲੈ ਕੇ ਕੁਝ ਨਹੀਂ ਜਾਣਾ, ਤਾਂ ਫਿਰ ਟੋਟਾ ਹੀ ਟੋਟਾ ਹੈ, ਘਾਟਾ ਹੀ ਘਾਟਾ ਹੈ। ਐਵੇਂ ਦੁਨੀਆ ਲਈ ਭੱਜਿਆ ਫਿਰਦਾ ਰਿਹਾ, ਪਰਿਵਾਰ ਲਈ ਭੱਜਿਆ ਫਿਰਦਾ ਰਿਹਾ, ਝੂਠੀਆਂ ਸ਼ੋਹਰਤਾਂ ਲਈ ਭੱਜਿਆ ਫਿਰਦਾ ਰਿਹਾ, ਪਤਾ ਨਹੀਂ ਕਿੰਨਾ ਕੁਝ ਗੁਨਾਹ ਇਕੱਠੇ ਕਰਦਾ ਰਿਹਾ। ਕੀ ਇਹਦੇ ਪੱਲੇ ਹੈ ਜਾਣ ਵੇਲੇ? ਖਾਲੀ ਜਾ ਰਿਹਾ ਨਾਮ ਤੋਂ ਬਿਨਾਂ। ਵਿਣ ਨਾਵੈ ਟੋਟਾ ਸਭ ਥਾਂ। ਕਹਿੰਦੇ ਨਾਮ ਤੋਂ ਬਿਨਾਂ ਹਰੇਕ ਜਗ੍ਹਾ ਦੇ ਉੱਤੇ ਬੰਦੇ ਨੂੰ ਘਾਟਾ ਹੀ ਘਾਟਾ ਹੈ। ਜਦ ਤੱਕ ਨਾਮ ਨਹੀਂ ਜਪਦਾ ਉਦੋਂ ਤੱਕ ਇਹਦੇ ਪੱਲੇ 'ਚ ਕੁਝ ਨਹੀਂ ਪੈਂਦਾ। ਇਸ ਗੱਲ ਦੀ ਸੋਝੀ ਪਾਉਣੀ ਬਹੁਤ ਜ਼ੋਰ ਨਾਲ ਪਾਉਣੀ ਪੈਂਦੀ, ਰੋਜ਼ ਕਹਿਣਾ ਪੈਂਦਾ, ਪਰ ਫਿਰ ਵੀ ਦੇਖੋ ਆਪਣਾ ਮਨ ਮੰਨਦਾ ਨਹੀਂ। ਇੰਨਾ ਸਤਿਗੁਰੂ ਰੋਜ਼ ਕਹਿੰਦੇ ਫਿਰ ਵੀ ਮਨ ਨਾਮ ਜਪਣ ਤੋਂ ਮੁਨਕਰ ਹੈ, ਬਾਣੀ ਪੜ੍ਹਦਾ ਹੈ, ਸੁਣ ਕੇ ਕਹਿੰਦਾ ਗੱਲ ਤਾਂ ਠੀਕ ਹੈ, ਬਸ ਇੰਨਾ ਜ਼ਰੂਰ ਕਹਿੰਦਾ ਵੀ ਗੱਲ ਸਹੀ ਹੈ, ਪਰ ਬਾਹਰ ਜਾ ਕੇ ਫਿਰ ਬਦਲ ਜਾਂਦਾ। ਕਹਿੰਦੇ ਹੁਣ ਕੀ ਕਰੀਏ, ਨਾਮ ਕਿਵੇਂ ਜਪੀਏ, ਘਰ ਦੇ ਕੰਮ ਜੋ ਹੋਏ, ਆਹ ਹੋਇਆ ਇਹ ਹੋਇਆ, ਬਹਾਨੇਬਾਜ਼ੀਆਂ ਮਨ ਕਰਦਾ ਕਈ ਪ੍ਰਕਾਰ ਦੀਆਂ। ਹੁਣ ਇਸ ਗੱਲ ਵਿੱਚ ਸਤਿਗੁਰਾਂ ਤੋਂ ਮਦਦ ਲਈਏ, ਬੇਨਤੀ ਕਰੀਏ ਕਿ ਮਹਾਰਾਜ ਕਥਾ ਵੀ ਸੁਣਦੇ ਆਂ, ਕੀਰਤਨ ਵੀ ਸੁਣਦੇ ਆਂ, ਬਾਣੀ ਵੀ ਪੜ੍ਹਦੇ ਆਂ, ਪਰ ਮਨ ਨਹੀਂ ਮੰਨਦਾ ਨਾਮ ਵਾਲੇ ਪਾਸੇ। ਜਦ ਮਨ ਮੰਨਣੀ ਨਹੀਂ ਕਰਦਾ ਹੈ ਤਾਂ ਨਾਮ ਕਿਵੇਂ ਜਪੀਏ? ਮਨ ਨਾਮ ਜਪਣ ਨੂੰ ਨਹੀਂ ਮੰਨਦਾ, ਮਨ ਬਾਣੀ ਪੜ੍ਹਨ ਨੂੰ ਨਹੀਂ ਮੰਨਦਾ, ਮਨ ਤਾਂ ਕੇਵਲ ਬਸ ਗੱਲਾਂ ਬਾਤਾਂ ਨੂੰ ਮੰਨਦਾ ਹੈ, ਮਨ ਕੇਵਲ ਹੋਰ ਪਾਸੇ ਨੂੰ ਜਾਣ ਨੂੰ ਮੰਨਦਾ ਹੈ। ਕਹਿੰਦੇ ਜੇ ਵਾਹਿਗੁਰੂ ਮਿਲ ਜਾਣ, ਜੇ ਸਤਿਗੁਰੂ ਮਿਲ ਜਾਣ ਤਾਂ ਜੀਵ ਨੂੰ ਸਤਿਗੁਰੂ ਸਮਝਾ ਸਕਦੇ ਨੇ। ਲਾਹਾ ਮਿਲੈ ਜਾਂ ਦੇ 부ਝਾਏ, ਜੇ ਸਤਿਗੁਰੂ ਹੀ ਬੁਝਾਏ, ਸਮਝਾ ਦੇਣ ਇਹਨੂੰ, ਤਾਂ ਇਹਨੂੰ ਲਾਹਾ ਮਿਲ ਸਕਦਾ ਨਾਮ ਦਾ। ਇੱਕ ਹੁੰਦੀ ਕਿਰਪਾ, ਇੱਕ ਹੁੰਦਾ ਕਹਿਣਾ। ਹੁਣ ਕਹਿਣ ਨੂੰ ਤਾਂ ਸਤਿਗੁਰੂ ਰੋਜ਼ ਸਾਰਿਆਂ ਨੂੰ ਹੀ ਕਹਿੰਦੇ ਨਾਮ ਜਪੋ, ਪਰ ਜਦ ਤੱਕ ਕਿਰਪਾ ਨਹੀਂ ਕਰਦੇ ਉਦੋਂ ਤੱਕ ਜਪੀਏ ਕਿਵੇਂ?
ਉਹ ਤਾਂ ਹੁਣ ਆਪਾਂ ਹੀ ਬੇਨਤੀ ਕਰੀ ਤਾਂ ਉਹ ਤਾਂ ਕੱਲੇ ਕੱਲੇ ਨੇ ਆਪਣੀ ਆਪਣੀ ਬੇਨਤੀ ਕਰਨੀ ਹੱਥ ਜੋੜ ਕੇ, ਮਹਾਰਾਜ ਮੈਂ ਸੁਣਿਆ ਹੈ ਕਿ ਨਾਮ ਦੇ ਨਾਲ ਹੀ ਸਭ ਕੁਝ ਬਣਦਾ, ਵੀ ਮੈਨੂੰ ਵੀ ਨਾਮ ਜਪਾਓ। ਉਹਦੇ ਲਈ ਲਗਾਤਾਰ ਫਿਰ ਅਰਦਾਸਾਂ ਬੇਨਤੀਆਂ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਫਿਰ ਕਿੰਨੀਆਂ ਹੀ ਬੇਨਤੀਆਂ ਤੋਂ ਬਾਅਦ ਜਾ ਕੇ ਕਿਤੇ ਜੇ 100 ਸਾਲ ਵੀ ਅਰਦਾਸ ਕਰਕੇ ਨਾਮ ਮਿਲ ਜੇ ਤਾਂ ਵੀ ਘਾਟੇ 'ਚ ਨਹੀਂ ਹੈ, ਮਿਲ ਜਾਏ। ਕਿਉਂਕਿ ਨਾਮ ਤਾਂ ਜੇ ਜ਼ਿੰਦਗੀ ਦੇ ਅੰਤਮ ਸਵਾਸਾਂ ਤੇ ਵੀ ਮਿਲ ਗਿਆ ਤਾਂ ਵੀ ਤਰ ਜਾਣਾ ਆਪਾਂ ਨੇ, ਜਿਵੇਂ ਅਜਾਮਲ ਤਰ ਗਿਆ ਨਾਰਾਇਣ ਕਹਿ ਕੇ। ਮਹਾਰਾਜ ਕਹਿੰਦੇ ਕੋਈ ਘਾਟਾ ਨਹੀਂ, ਰੋਜ਼ ਬੇਨਤੀ ਕਰੀ ਜਾਓ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ। ਸ਼ੌਕ ਤਾਂ ਹੈ ਮਹਾਰਾਜ, ਪਰ ਜੀ ਨਹੀਂ ਕਰਦਾ। ਤੁਹਾਨੂੰ ਸਹੀ ਗੱਲ ਦੱਸਦੇ, ਸੱਚ ਸੱਚ ਬੋਲਦੇ ਹੋ। ਤੇ ਮਹਾਰਾਜ ਹੈ ਮੈਂ ਬੜਾ ਬੇਈਮਾਨ ਜਿਹਾ ਹੀ ਬੰਦਾ, ਹਰ ਤਰ੍ਹਾਂ ਦੇ ਅੱਖਰ ਵਰਤੇ ਨੇ, ਲੂਣ ਹਰਾਮੀ, ਗੁਨਹਗਾਰ, ਬੇਗਾਨਾ, ਅਲਪਮਤ। ਭਾਈ ਗੁਰਦਾਸ ਜੀ ਕਹਿੰਦੇ ਚੋਰ, ਯਾਰ, ਜੂਆਰ, ਹਾਂ ਪਰ ਕਰ ਜੋ ਹੰਦਾ, ਸਾਰੇ ਕੁਛ ਹੀ ਵਰਤ, ਸਭ ਹੀ ਵਰਤ ਦੋ। ਮੈਂ ਸਭ ਤੋਂ ਨਿਕੰਮਾ ਹਾਂ ਜੀ, ਮੈਂ ਤਾਂ ਬੜਾ ਸ਼ੈਤਾਨ ਜਿਹਾ ਬੰਦਾ ਜੀ, ਮੈਂ ਬਿਲਕੁਲ ਨਹੀਂ, ਮੈਂ ਸਭ ਅੱਖਰ ਮੇਰੇ ਤੇ ਲੱਗਦੇ ਨੇ, ਮੈਂ ਬੜਾ ਲੂਣ ਹਰਾਮੀ ਹਾਂ ਜੀ, ਤੁਹਾਡਾ ਲੂਣ ਖਾ ਕੇ ਹਰਾਮ ਕਰੀ ਜਾਂਦਾ, ਮੈਂ ਹਰਾਮ ਖੋਰ ਹਾਂ ਜੀ। ਮਹਾਰਾਜ ਕਹਿੰਦੇ ਹਰਾਮ ਖੋਰ ਨਿਰਗੁਣ ਕੋ ਤੂਠਾ, ਹਰਾਮ ਖੋਰ ਨਿਰਗੁਣ ਤੇ ਵੀ ਕਈ ਵਾਰ ਬਖਸ਼ਿਸ਼ ਕਰਨੇ। ਕਿਉਂ? ਆਪਣੇ ਆਪ ਨੂੰ ਨੀਵਾਂ ਲਿਜਾਣ ਲਈ ਅੱਖਰ ਵਰਤਨੇ ਕਿ ਮਨ ਦੀ ਗਰੀਬੀ ਆ ਜਾਵੇ ਮੇਰੇ ਅੰਦਰ। ਵਣਜ ਵਪਾਰ ਵਣਜੈ ਵਪਾਰੀ, ਇਹ ਜਿਹੜੇ ਸੰਸਾਰ ਦੇ ਲੋਕ ਨੇ ਵਪਾਰ ਕਰਦੇ ਨੇ, ਵਣਜ ਵਪਾਰ ਕਰੀ ਜਾਂਦੇ ਨੇ, ਬਸ ਦੁਨੀਆ ਦੇ ਵਪਾਰ ਕਰੀ ਜਾਂਦੇ। ਮੇਰਾ ਬਿਜ਼ਨਸ ਬੜਾ ਹੈ, ਮੇਰਾ ਵਣਜ ਬੜਾ ਹੈ, ਵਪਾਰ ਬੜਾ ਹੈ। ਵਿਣ ਨਾਵੈ ਕੈਸੀ ਪਤ ਸਾਰੀ, ਪਰ ਸ੍ਰੇਸ਼ਟ ਪਤ ਨਾਮ ਤੋਂ ਬਿਨਾਂ ਕਿਵੇਂ ਬਣੇਗੀ? ਦੁਨੀਆ 'ਚ ਤਾਂ ਬਣਾ ਲਏਗਾ ਇੱਜ਼ਤ, ਕਿੰਨਾ ਹੀ ਮਰਜ਼ੀ ਅਮੀਰ ਆਦਮੀ ਹੋਵੇ, ਕਿੰਨਾ ਹੀ ਅਮੀਰ ਹੋਵੇ, ਵੱਡੇ ਤੋਂ ਵੱਡਾ ਅਮੀਰ ਹੋਵੇ, ਜਦ ਧਰਮ ਰਾਜੇ ਦੇ ਕੋਲ ਲਾਈਨ 'ਚ ਲੱਗ ਕੇ ਖੜਦੇ, ਉੱਥੇ ਸਾਰੇ ਨਿੰਮੋ ਝੂਣੇ ਜੋ ਕੇ ਖੜੇ ਹੁੰਦੇ, ਪਛਤਾਵਾ ਕਰਦੇ ਨੇ, ਨੀਵੀਆਂ ਪਾ ਕੇ ਖੜਦੇ ਨੇ। ਕਿਉਂ ਬਈ ਤੂੰ ਤਾਂ ਬੜਾ ਅਮੀਰ ਸੀ ਦੁਨੀਆ 'ਚ? ਕਹਿੰਦਾ ਉੱਥੇ ਹੀ ਸੀ, ਇੱਥੇ ਤਾਂ ਬਸ ਕੱਖ ਵੀ ਨਹੀਂ ਹੈ ਮੇਰੇ ਕੋਲ। ਹੋ ਨਹੀਂ ਜਾਂਦਾ ਕਈ ਵਾਰ ਬੰਦੇ ਨੂੰ ਉੱਜੜਨਾ ਪੈ ਜਾਂਦਾ। ਸੋ ਬਹੁਤ ਸਾਲ ਪਹਿਲਾਂ ਜਿਵੇਂ ਉਹ ਬਾਹਰੋਂ ਉੱਜੜ ਕੇ ਆਏ ਸੀਗੇ, ਲੜਾਈ ਲੱਗ ਗਈ ਸੀ ਜਦ ਰਾਕ ਵਾਲਿਆਂ ਦੀ, ਕਹਿੰਦੇ 15 ਮਿੰਟ ਹੀ ਮਿਲੇ ਸਾਨੂੰ ਸਿਰਫ ਨਿਕਲਣ ਲਈ, 15 ਮਿੰਟ। ਜਿਨ੍ਹਾਂ ਦੇ ਉੱਥੇ ਬੜੇ ਬੜੇ ਮਹਿਲ ਸੀ, ਬੜੇ ਬੜੇ ਰੁਪਈਏ ਸੀ, ਕੁੜਤਾ ਪਜਾਮਾ ਪਾਉਣ ਦਾ ਟਾਈਮ ਨਹੀਂ ਮਿਲਿਆ। ਭੱਜ ਕੇ ਏਅਰਪੋਰਟ ਤੇ ਆ ਕੇ ਸਿਰਫ ਬਨੈਣ ਹੀ ਪਾਈ ਹੋਈ ਸੀ, ਇਹ ਦਿੱਲੀ ਏਅਰਪੋਰਟ ਤੇ ਉਤਰੇ ਉਹ ਆ ਕੇ। ਕੀ ਮਿਲਿਆ? ਜਮਦੂਤ ਵੀ ਇਸ ਤਰ੍ਹਾਂ ਹੀ ਕਰਦੇ, ਜਦ ਤੋਰਨਗੇ ਨਾ, ਇਹ ਤਾਂ 15 ਮਿੰਟ ਦਿੱਤੇ ਸੀ ਨਾ, ਇੱਥੇ ਤਾਂ 1 ਸੈਕਿੰਡ ਵੀ ਨਹੀਂ ਮਿਲਣਾ ਹੈ। ਕਹਿੰਦੇ ਚਾਹ ਦਾ ਕੱਪ ਹੱਥ 'ਚ ਹੀ ਰਹਿ ਗਿਆ, ਉਹ ਬਾਹਲੇ ਤੇਜ਼ ਨੇ, ਲਿਜਾਣ ਨੂੰ ਬਹੁਤ ਤੇਜ਼ ਨੇ, ਆਉਂਦੇ ਹੀ ਮੂੰਹ ਮਾਂ ਸਭ ਬੰਦ ਕਰ ਦਿੰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਤੇਰੀ ਇੱਜ਼ਤ ਨਹੀਂ ਬਣਨੀ। ਉਹ ਇਸੇ ਕਰਕੇ ਕਹਿੰਦੇ ਇੱਕ ਵਾਰ ਜਪਿਆ ਹੋਇਆ ਹੀ ਕਿਤੇ ਬਹੁਤ ਲਾਹਾ ਕਰ ਜਾਂਦਾ, ਕਿਤੇ ਇੱਕ ਵਾਰ। ਆਮ ਤੌਰ ਤੇ ਆਪਾਂ ਬਹੁਤ ਸਿਆਣੇ ਆ ਸਾਰੇ, ਕਿਸੇ ਗੱਲ ਵਿੱਚ ਕੋਈ ਲਾਭ ਮਿਲਦਾ ਹੋਵੇ, ਕਹਿੰਦੇ ਫਲਾਣੇ ਥਾਂ ਪਹਿਲਾਂ ਜਿਵੇਂ ਬੜੇ ਪੁਰਾਣੇ ਟਾਈਮ ਤੇ ਇੱਕ ਸਕੀਮ ਚੱਲੀ ਸੀ, ਕਹਿੰਦੇ 1000 ਰੁਪਇਆ ਜਮ੍ਹਾਂ ਕਰਾਓ, 25 ਸਾਲਾਂ ਬਾਅਦ ਲੱਖ ਰੁਪਇਆ ਲੈ ਲਓ। ਬੜੀ ਸੌਖੀ ਸਕੀਮ, ਬੜੇ ਲੋਕਾਂ ਨੇ ਕਰਵਾਈ। ਉਸ ਲਈ ਬੰਦਾ ਬਹੁਤ ਸਿਆਣਾ ਹੈ। ਪਰ ਜਦੋਂ ਇਹ ਕਹਿੰਦੇ ਕਿ ਸੰਗਤ 'ਚ ਬਹਿ ਕੇ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਪਤਾ ਕੀ ਕਹਿੰਦੇ ਆ? ਕਹਿੰਦੇ ਇਹ ਤਾਂ ਸਤਨਾਮ ਵਾਹਿਗੁਰੂ ਹੀ ਕਹਾਈ ਜਾਂਦਾ, ਇਹ ਤਾਂ ਵਾਹਿਗੁਰੂ ਵਾਹਿਗੁਰੂ ਕਹਾਈ ਜਾਂਦਾ। ਇਹ ਉਹ ਬੰਦੇ ਕਹਿੰਦੇ ਨੇ ਜਿਨ੍ਹਾਂ ਨੂੰ ਹਲੇ ਅਕਲ ਨਹੀਂ, ਸੋਝੀ ਨਹੀਂ, ਪਤਾ ਹੀ ਨਹੀਂ, ਨਾਮ ਬਾਰੇ ਗਿਆਨ ਹੀ ਨਹੀਂ ਹੈ। ਕਿਉਂਕਿ ਨਾਮ ਦੀ ਇੰਨੀ ਵੱਡੀ ਕੀਮਤ, ਨਾਮ ਸਭ ਤੋਂ ਵੱਡਾ ਹੈ। ਇਸੇ ਕਰਕੇ ਰੋਜ਼ ਰੌਲਾ ਪਾਉਂਦੇ ਹੋ ਨਾਮ ਜਪੋ, ਨਾਮ ਜਪੋ। ਮਹਾਰਾਜ ਕਹਿੰਦੇ ਮੈਂ ਰੋਜ਼ ਇਸੇ ਕਰਕੇ ਕਹਿਣਾ, ਇਹਨਾਂ ਨੂੰ ਸਮਝਾ ਪਈ ਨਾਮ ਜਪ, ਸਭ ਨੂੰ ਕਹਿੰਦੇ ਨਾਮ ਜਪੋ। ਕਿਉਂਕਿ ਜਿਹਦੇ ਮੂੰਹ ਵਿੱਚ ਗੁਰਬਾਣੀ ਆ ਜਾਵੇ, ਇੱਕ ਵਾਰ ਨਾਮ ਆ ਜਾਵੇ, ਜਮਦੂਤ ਝਿਜਕਦੇ ਨੇ ਉਹਦੇ ਤੋਂ। ਇਹਨੇ ਇੱਕ ਵਾਰ ਵਾਹਿਗੁਰੂ ਕਿਹਾ ਹੈ, ਸਿਰਫ ਇੱਕੋ ਵਾਰੀ ਜਿਹਨੇ ਜ਼ਿੰਦਗੀ 'ਚ ਵਾਹਿਗੁਰੂ ਕਿਹਾ ਹੈ,
ਉਹਦੇ ਤੇ ਵੀ ਡੰਡਾ ਚੁੱਕਣੋਂ ਡਰਦੇ ਨੇ ਵੀ ਕਿਤੇ ਸਾਨੂੰ ਹੀ ਨਾ ਉਲਟ ਪੈ ਜੇ ਕੰਮ। ਇਸ ਕਰਕੇ ਅਸੀਂ ਤਾਂ ਕਹਿੰਦੇ ਜਿੰਨਾ ਲਾਹਾ ਖੱਟਿਆ ਜਾਂਦਾ ਵੱਧ ਤੋਂ ਵੱਧ ਉਨਾ ਹੀ ਲਾਹਾ ਖੱਟ ਕੇ ਇੱਥੋਂ ਸੰਸਾਰ ਤੋਂ ਚੱਲੀਏ। ਵਾਹਿਗੁਰੂ 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 ਆਓ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ 931 ਅੰਗ ਤੇ ਦੱਖਣੀ ਓਂਕਾਰ ਬਾਣੀ ਹੈ 17ਵੀਂ ਪੌੜੀ ਬਖਸ਼ਿਸ਼ ਕਰ ਰਹੇ ਗੁਰੂ ਸਾਹਿਬ ਜੀ। ਗੁਣ ਵਿਚਾਰੇ ਗਿਆਨੀ ਸੋਏ। ਕਹਿੰਦੇ ਮਹਾਰਾਜ ਗਿਆਨਵਾਨ ਕੌਣ ਹੈ? ਬ੍ਰਹਮ ਗਿਆਨੀ ਦੀ ਗੱਲ ਹੈ। ਕਹਿੰਦੇ ਭਾਈ ਜਿਹੜਾ ਗੁਣਾਂ ਦੀ ਵਿਚਾਰ ਕਰਦਾ ਹੈ, ਜਿਹੜਾ ਇਹ ਵਿਚਾਰ ਕਰਦਾ ਹੈ ਕਿ ਸੱਚ ਬੋਲਣਾ ਚੰਗਾ ਹੈ, ਦਇਆ ਕਰਨੀ ਚੰਗੀ ਹੈ, ਸੰਤੋਖ ਰੱਖਣਾ ਚੰਗਾ ਹੈ, ਸੱਤ ਰੱਖਣਾ ਚੰਗਾ ਹੈ, ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਪਤ ਆਓ ਭਾਂਡਾ ਭਾਓ ਅੰਮ੍ਰਿਤ ਤੇ ਢਾਲ ਘੜਿਆ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ। ਇਸ ਕਰਕੇ ਗੁਣਾਂ ਦੀ ਜਿਹੜੀ ਵਿਚਾਰ ਹੈ ਨਾ ਇਹ ਸਾਰਿਆਂ ਨਾਲੋਂ ਵੱਡੀ ਹੈ ਕਿ ਗੁਣਾਂ ਦੀ ਵਿਚਾਰ ਕਰੇ ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਕਿ ਸ਼ੁਭ ਗੁਣ ਕਿਹੜੇ ਕਿਹੜੇ ਨੇ। ਸ਼ੁਭ ਗੁਣ ਜਦ ਤੱਕ ਨਹੀਂ ਵਿਚਾਰਦਾ ਉਹ ਸਾਰੇ ਸ਼ੁਭ ਗੁਣ ਗੁਰਬਾਣੀ ਦੇ ਵਿੱਚ ਨੇ। ਮਹਾਰਾਜ ਕਹਿੰਦੇ ਗੁਣ ਦੇ ਵਿੱਚ ਕੀ ਹੈ, ਕਿਉਂ ਗੁਣ ਵਿਚਾਰਨਾ ਚਾਹੀਦਾ ਹੈ। ਗੁਣ ਮਹਿ ਗਿਆਨ ਪ੍ਰਾਪਤ ਹੋਏ। ਇਹ ਜਿਹੜੇ ਸ਼ੁਭ ਗੁਣ ਨੇ ਨਾ ਇਹਨਾਂ ਦੇ ਵਿੱਚੋਂ ਹੀ ਰੱਬੀ ਗਿਆਨ ਪ੍ਰਾਪਤ ਹੁੰਦਾ, ਆਤਮਿਕ ਗਿਆਨ ਹੁੰਦਾ। ਸ਼ੁਭ ਗੁਣਾਂ ਦੀ ਵਿਚਾਰ ਕਰਨੀ। ਫਿਰ ਮਹਾਰਾਜ ਕਹਿੰਦੇ ਰੱਬ ਦੇ ਗੁਣਾਂ ਦੀ ਵਿਚਾਰ ਕਰਨੀ ਬੈਠ ਕੇ। ਰੱਬ ਦੇ ਜਿਹੜੇ ਗੁਣ ਨੇ ਇੱਕ ਓੰਕਾਰ ਸਤਨਾਮ ਇਹ ਗੁਣ ਨੇ ਕਰਤਾ ਪੁਰਖ। ਇਹ ਮਨ ਦੇ ਅੰਦਰ ਇੱਕ ਇੰਨੀ ਇਕਾਗਰਤਾ ਹੋਣੀ ਚਾਹੀਦੀ ਕਿ ਬੋਲਦਿਆਂ ਬੋਲਦਿਆਂ ਨਾਲ ਨਾਲ ਹੀ ਅਰਥ ਸਾਹਮਣੇ ਆਉਂਦੇ ਰਹਿਣ। ਇਹ ਪਹਿਲਾਂ ਪਕਾਉਣੇ ਪੈਂਦੇ ਨੇ ਫਿਰ ਆਪਣੇ ਆਪ ਹੀ ਬਣੀ ਜਾਂਦੇ ਨੇ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਦੋਂ ਆਪਾਂ ਅਕਾਲ ਪੁਰਖ ਦੇ ਸ਼ੁਭ ਗੁਣਾਂ ਦੀ ਵਿਚਾਰ ਕਰਦੇ ਹਾਂ ਜਾਪ ਸਾਹਿਬ ਦੇ ਸਾਰੇ ਅਰਥ ਸ਼ੁਭ ਗੁਣ ਜਿੰਨੇ ਵੀ ਨੇ ਜਦੋਂ ਆਪਾਂ ਉਹਨਾਂ ਗੁਣਾਂ ਦੀ ਵਿਚਾਰ ਕਰਦੇ ਹਾਂ ਕਿ ਵਾਹਿਗੁਰੂ ਦੇ ਗੁਣ ਕਿੱਡੇ ਵੱਡੇ ਨੇ ਉਹ ਗੁਣਾਂ ਨੂੰ ਕਹਿੰਦੇ ਆਪਣੇ ਅੰਦਰ ਗਿਆਨ ਪ੍ਰਗਟ ਹੋ ਜਾਂਦਾ ਹੈ। ਗੁਣ ਦਾਤਾ ਵਿਰਲਾ ਸੰਸਾਰ। ਗੁਣਾਂ ਦਾ ਦਾਤਾ ਕੋਈ ਵਿਰਲਾ ਹੀ ਹੁੰਦਾ ਸੰਸਾਰ ਦੇ ਅੰਦਰ। ਸਤਿਗੁਰੂ ਗੁਣਾਂ ਦੇ ਦਾਤੇ ਨੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਦੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਇਹ ਬ੍ਰਹਮ ਗਿਆਨੀ ਵਿੱਚ ਵੀ ਇਹੀ ਚੀਜ਼ ਆ ਜਾਂਦੀ ਹੈ ਕਿਉਂਕਿ ਬ੍ਰਹਮ ਗਿਆਨ ਵਿੱਚ ਜਦੋਂ ਚਲਿਆ ਜਾਂਦਾ ਜੀਵ ਉਦੋਂ ਉਹ ਵੀ ਗੁਣਾਂ ਦਾ ਦਾਤਾ ਬਣ ਜਾਂਦਾ ਹੈ। ਸਤਿਗੁਰੂ ਵੀ ਗੁਣਾਂ ਦੇ ਦਾਤੇ ਨੇ। ਇੱਥੇ ਆਪ ਗੁਰੂ ਨਾਨਕ ਦੇਵ ਜੀ ਸਿੱਧਾ ਨਹੀਂ ਕਹਿੰਦੇ ਗੁਣ ਦਾਤਾ ਵਿਰਲਾ ਸੰਸਾਰ। ਤੁਸੀਂ ਹੀ ਤਾਂ ਹੋ ਦਾਤੇ ਗੁਣਾਂ ਦੇ। ਉਹ ਸਾਨੂੰ ਕਿਹਨੇ ਗੁਣ ਦੇਣੇ ਨੇ? ਇੰਨੇ ਸੋਹਣੇ ਗੁਣ ਖਾਲਸੇ ਨੂੰ ਬਖਸ਼ਿਸ਼ ਕੀਤੇ ਨੇ, ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੇ ਨੇ। ਤਾਈਆਂ ਤਾਂ ਗੁਰਸਿੱਖਾਂ ਦੀ ਧੂੜੀ ਨੂੰ ਲੋਚਦੇ ਨੇ ਦੇਵਤੇ। ਸਾਚੀ ਕਰਨੀ ਗੁਰ ਵਿਚਾਰ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਹੈ ਉਹਨਾਂ ਦੀ ਕਰਨੀ ਜਿਹੜੀ ਹੈ ਸੱਚੀ ਹੋ ਗਈ ਤਾਂ ਕਿ ਨਿਰਮਲ ਰੀਤ ਉਹਨਾਂ ਦੀ ਰਾਤ ਦਿਨ ਦੀ ਜਿਹੜੀ ਕਰਨੀ ਹੈ ਬੈਠਕ ਉੱਠਕ ਹੈ, ਬੋਲਣਾ ਚੱਲਣਾ ਹੈ, ਕਾਰ ਵਿਹਾਰ ਹੈ, ਖਾਣਾ ਪੀਣਾ ਹੈ, ਉਹ ਸਾਰਾ ਸੱਚਾ ਹੋ ਜਾਂਦਾ ਹੈ। ਹਰ ਗੱਲ ਦੇ ਵਿੱਚ ਉਹ ਜੀਵ ਸੱਚਮੁੱਚ ਸੱਚੇ ਹੀ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੇ ਸ਼ਬਦ ਦੀ ਵਿਚਾਰ ਕੀਤੀ, ਗੁਰਾਂ ਦੇ ਸ਼ਬਦ ਦੀ ਵਿਚਾਰ ਸੁਣੀ ਹੈ। ਉਹ ਸੁਣ ਕੇ ਫਿਰ ਹੌਲੀ ਹੌਲੀ ਆਪਣੇ ਜੀਵਨ ਨੂੰ ਤਬਦੀਲ ਕਰ ਲੈਂਦੇ ਨੇ। ਅਗਮ ਅਗੋਚਰ ਕੀਮਤ ਨਹੀਂ ਪਾਏ। ਉਹ ਗਮਤਾ ਤੋਂ ਪਹੁੰਚ ਤੋਂ ਰਹਿਤ ਅਗੋਚਰ ਇੰਦਰੀਆਂ ਦੇ ਵਿਸ਼ੇ ਤੋਂ ਪਰੇ ਜੋ ਵਾਹਿਗੁਰੂ ਦੀ ਕੀਮਤ ਕੋਈ ਨਹੀਂ ਪਾ ਸਕਿਆ ਅੱਜ ਤੱਕ। ਨਾ ਪਿੱਛੇ ਕਿਸੇ ਨੇ ਪਾਈ ਹੈ, ਨਾ ਹੁਣ ਨਾ ਅੱਗੇ ਨੂੰ ਕੋਈ ਪਾ ਸਕਦਾ। ਇੱਥੇ ਵੀ ਆਪ ਜੀ
ਉਹੀ ਬਚਨ ਕਰਦੇ ਨੇ ਧੰਨ ਗੁਰੂ ਨਾਨਕ ਦੇਵ ਜੀ। ਬਚਨ ਤਾਂ ਸਾਰਿਆਂ ਪਾਤਸ਼ਾਹਾਂ ਦੇ ਇੱਕੋ ਹੀ ਨੇ, ਪੋਸ਼ਾਕੇ ਜ਼ਰੂਰ 10 ਨੇ। ਜ਼ਰੂਰ ਗੁਰੂ ਅੰਗਦ ਦੇਵ ਜੀ ਰੂਪ ਹੋ ਗਏ ਗੁਰੂ ਨਾਨਕ ਦੇਵ ਜੀ, ਪਰ ਬਚਨ ਉਹੀ ਕਰਦੇ ਨੇ। ਗੁਰੂ ਨਾਨਕ ਦੇਵ ਜੀ ਵੀ ਉਹੀ ਬਚਨ ਕਰਦੇ ਨੇ, ਉਹੀ ਬਚਨ ਗੁਰੂ ਅੰਗਦ ਦੇਵ ਮਹਾਰਾਜ ਦਾ ਹੈ। ਆਪ ਲਹਿ ਮਿਲਾਈ, ਇੱਥੇ ਵੀ ਉਹੀ ਬਚਨ ਕਰਦੇ ਨੇ, ਤਾਂ ਮਿਲੀਏ ਜਾਂ ਲਏ ਮਿਲਾਏ। ਵਾਹਿਗੁਰੂ ਤਾਂ ਮਿਲਦੇ ਨੇ ਜੇ ਉਹ ਆਪ ਹੀ ਮਿਲਾ ਲੈਣ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਦੇ ਅੰਦਰ ਪ੍ਰਚਾਰ ਕਰ ਰਹੇ, ਸਿੱਖੀ ਦਾ ਸੰਸਾਰ ਨੂੰ ਤਾਰ ਰਹੇ ਸਨ, ਤਾਂ ਉਸ ਵਕਤ ਕਾਮਰੂ ਦੇਸ਼ ਜਿਹੜਾ ਹੈ ਉਸ ਪਾਸੇ ਭਰਥਰ ਹਰੀ ਨਾਰਦ ਮੁਨੀ ਨੂੰ ਮਿਲੇ। ਭਰਥਰ ਜੀ ਨੇ ਕਿਹਾ ਕਿ ਮੈਂ ਕੁਝ ਪ੍ਰਸ਼ਨ ਨੇ ਉਹਨਾਂ ਦੇ ਜਵਾਬ ਚਾਹੁੰਦਾ ਹਾਂ। ਨਾਰਦ ਮੁਨੀ ਜੀ ਕਹਿੰਦੇ ਇਹ ਜਵਾਬ ਸਿਰਫ ਅਕਾਲ ਪੁਰਖ ਦੇ ਸਕਦੇ ਨੇ, ਹੋਰ ਕੋਈ ਨਹੀਂ ਦੇ ਸਕਦਾ। ਕਹਿੰਦੇ ਜੀ ਅਕਾਲ ਪੁਰਖ ਨੂੰ ਤਾਂ ਕਿਵੇਂ ਮਿਲਿਆ ਜਾ ਸਕਦਾ, ਉਹ ਤਾਂ ਨਹੀਂ ਮਿਲ ਸਕਦੇ। ਕਹਿੰਦੇ ਨਹੀਂ, ਇਸ ਵਕਤ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਸੰਸਾਰ 'ਚ ਵਿਚਰ ਰਹੇ ਨੇ ਉਹ। ਕਹਿਣ ਲੱਗੇ ਨਹੀਂ ਫਿਰ ਅਕਾਲ ਪੁਰਖ ਜੀ ਦਾ ਕੋਈ ਐਡਰੈਸ, ਕੋਈ ਅਤਾ ਪਤਾ ਹੋਊਗਾ, ਮੈਂ ਉੱਥੇ ਜਾ ਕੇ ਮਿਲ ਲੈਣਾ ਗੁਰੂ ਨਾਨਕ ਦੇਵ ਜੀ ਨੂੰ। ਨਾਰਦ ਮੁਨੀ ਜੀ ਕਹਿੰਦੇ ਨਾ, ਗੁਰੂ ਨਾਨਕ ਦੇਵ ਜੀ ਲੱਭਿਆਂ ਤਾਂ ਕਿਸੇ ਨੂੰ ਲੱਭਦਾ ਹੀ ਨਹੀਂ ਹੈ। ਕਹਿੰਦੇ ਉਹਨਾਂ ਨੂੰ ਤਾਂ ਇੱਥੇ ਬਹਿ ਕੇ ਯਾਦ ਕਰੀ ਜਾ, ਇੱਥੇ ਹੀ ਆਉਣਗੇ ਉਹ। ਗੁਰੂ ਨਾਨਕ ਦੇਵ ਜੀ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਜਿੱਥੇ ਕੋਈ ਯਾਦ ਕਰੇ, ਉਹਨਾਂ ਨੇ ਕਿਤੋਂ ਆਉਣਾ ਨਹੀਂ ਹੁੰਦਾ, ਉਹ ਤਾਂ ਉੱਥੇ ਹੀ ਪ੍ਰਗਟ ਹੋ ਜਾਂਦੇ ਨੇ। ਇਸ ਕਰਕੇ ਤਾਂ ਮਿਲੀਏ ਜਾਂ ਲੈ ਮਿਲਾਏ, ਜੇ ਉਹ ਆਪ ਮਿਲਾ ਲੈਣ। ਗੁਣਵੰਤੇ ਗੁਣ ਸਾਰੇ ਨੀਤ, ਜਿਹੜੀ ਗੁਣਵੰਤੀ ਗੁਣਾਂ ਵਾਲੀ ਹੈ ਜੀਵ ਰੂਪ ਇਸਤਰੀ, ਉਹ ਗੁਣ ਸਾਰੇ ਨੀਤ। ਉਹ ਨੀਤ ਰੋਜ਼ ਹੀ ਅਕਾਲ ਪੁਰਖ ਦੇ ਗੁਣਾਂ ਨੂੰ ਸਾਰ ਸੰਭਾਲ ਕਰਦੀ ਹੈ, ਰੋਜ਼ ਗੁਣ ਜਪਦੀ ਹੈ ਉਹਦੇ, ਰੋਜ਼ ਮੂਲ ਮੰਤਰ ਪੜ੍ਹਦੀ ਹੈ, ਰੋਜ਼ ਵਾਹਿਗੁਰੂ ਵਾਹਿਗੁਰੂ ਕਹਿੰਦੀ ਹੈ, ਉਹ ਰੋਜ਼ ਬਾਣੀ ਪੜ੍ਹਦੀ ਹੈ। ਉਹ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਦੀ ਹੀ ਰਹਿੰਦੀ, ਕੀਰਤਨ ਕਥਾ ਵਿਚਾਰ, ਫਜ਼ੂਲ ਦੀਆਂ ਗੱਲਾਂ ਨਹੀਂ ਕਰਦੀ। ਇੱਕ ਗੱਲ ਵੀ ਕਰਨੀ ਗੁਨਾਹ ਹੋ ਜਾਂਦੀ, ਪਰ ਇੰਨੀ ਹੁਣ ਕਿੱਥੇ ਆਪਣੀ ਆਦਤ ਬਚਪਨ ਤੋਂ ਲੈ ਕੇ ਕਿਸੇ ਨੇ ਢਾਲੀ ਨਹੀਂ ਕਿ ਗੱਲ ਨਹੀਂ ਕਰਨੀ, ਜ਼ੁਬਾਨ ਬੰਦ ਰੱਖਣੀ, ਇਹ ਗੱਲ ਹੋ ਨਹੀਂ ਸਕਦੀ। ਕਿਉਂਕਿ ਫਿਰ ਕੋਈ ਨਾ ਕੋਈ ਸਤਿਗੁਰੂ ਨੇ ਜਦੋਂ ਇੱਕ ਬਚਨ ਕਹਿਤਾ ਕਿ ਵਾਹਿਗੁਰੂ ਵਾਹਿਗੁਰੂ ਕਰੋ ਭਾਈ, ਨਾਮ ਜਪੋ, ਬਾਣੀ ਪੜੋ। ਸੋ ਜਿਵੇਂ ਕੋਈ ਮਹਾਂਪੁਰਸ਼ਾਂ ਨੇ ਕਥਾ ਕੀਤੀ, ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ, ਕੋਈ ਸਿੰਘ ਸੀ ਬਾਹਰੋਂ ਆਇਆ, ਕਹਿਣ ਲੱਗਿਆ ਜੀ ਕਥਾ ਤੋਂ ਬਾਅਦ ਕਥਾ ਤਾਂ ਬੜੀ ਸੁੰਦਰ ਸੀ, ਹੋਰ ਕੋਈ ਵਿਚਾਰ ਸੁਣਾਓ। ਦੱਸੋ। ਮਹਾਂਪੁਰਸ਼ ਕਹਿੰਦੇ ਮੈਂ ਤਾਂ ਘੰਟਾ ਕਥਾ ਕਰਕੇ ਆਇਆ, ਹੁਣ ਤੈਨੂੰ ਇਸ ਤੋਂ ਉੱਤੇ ਵਿਚਾਰ ਕੀ ਸੁਣਾਵਾਂ। ਕਹਿੰਦਾ ਜੀ ਨਹੀਂ ਕੋਈ ਵਿਚਾਰ ਸੁਣਾਓ। ਕਹਿੰਦੇ ਮਹਾਂਪੁਰਸ਼ ਪੰਗਤੀ ਰਾਹੀਂ ਉਹਦੀ ਤਸੱਲੀ ਕਰਾਈ, ਕਹਿੰਦੇ ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ। ਕਹਿੰਦੇ ਇਸ ਤੋਂ ਉੱਤੇ ਹੋਰ ਕਿਹੜੀ ਵਿਚਾਰ ਹੋ ਸਕਦੀ ਹੈ। ਇਸ ਕਰਕੇ ਜਦੋਂ ਮਹਾਰਾਜ ਨੇ ਇੱਕ ਬਚਨ ਕਰਤਾ ਵਾਹਿਗੁਰੂ ਵਾਹਿਗੁਰੂ ਕਰਨ ਦਾ, ਨਾਮ ਜਪਣ ਦਾ, ਬਾਣੀ ਪੜ੍ਹਨ ਦਾ, ਫੇਰ ਪਤਾ ਨਹੀਂ ਗੱਲਾਂ ਕਿੱਥੋਂ ਆਉਂਦੀਆਂ ਨੇ। ਹਾਲਾਂਕਿ ਵੀ ਬੋਲਣਾ ਵੀ ਨਹੀਂ ਚਾਹੀਦਾ ਕਥਾ ਤੋਂ ਬਾਅਦ, ਪਰ ਫੇਰ ਵੀ ਕਹਿੰਦੇ ਕੋਈ ਗੱਲ ਸੁਣਾਓ, ਗੱਲ ਕਰੋ, ਇਹ ਗੱਲ ਕਿਵੇਂ ਹੈ, ਆਹ ਗੱਲ ਕਿਵੇਂ ਹੈ। ਨਾਲੇ ਪਹਿਲਾਂ ਵੀ ਬੇਨਤੀ ਕੀਤੀ ਕਈ ਵਾਰੀ ਵੀ ਜਿਹੜਾ ਵੀ ਤੁਹਾਡਾ ਫੁਰਨਾ ਉਹ ਕਥਾ 'ਚ ਹੀ ਆ ਜਾਣਾ, ਤੁਹਾਨੂੰ ਪੁੱਛਣ ਦੀ ਲੋੜ ਨਹੀਂ ਪੈਣੀ। ਜੇ ਗੁਰੂ ਗ੍ਰੰਥ ਸਾਹਿਬ 'ਚ ਇੰਨੀ ਤਾਕਤ ਨਹੀਂ, ਅੰਤਰਜਾਮੀ ਨੇ, ਸਤਿਗੁਰੂ ਸਾਹਿਬ ਜਾਣਦੇ, ਕਥਾ 'ਚ ਸਭ ਕੁਝ ਆ ਜਾਂਦਾ। ਤੁਸੀਂ ਘਰੋਂ ਸੰਕਲਪ ਕਰ ਲਿਆਓ ਵੀ ਅੱਜ ਆਹ ਪੁੱਛਣਾ ਹੈ, ਮਹਾਰਾਜ ਤੁਹਾਨੂੰ ਦੱਸ ਦੇਣਗੇ। ਤਾਂ ਸਤਿਗੁਰੂ ਤੇ ਤਾਂ ਰੋਜ਼ ਬਾਣੀ ਵਿੱਚ ਸਾਡੇ ਸੰਕਲਪ ਹੀ ਪੂਰੇ ਕਰਦੇ ਨੇ। ਗੁਣਵੰਤੀ ਗੁਣ ਸਾਰੇ ਨੀਤ, ਗੁਣਾਂ ਵਾਲੀ ਜਿਹੜੀ ਇਸਤਰੀ ਹੈ ਉਹ ਤਾਂ ਗੁਣਾਂ ਨੂੰ ਹੀ ਯਾਦ ਕਰਦੀ, ਵਾਹਿਗੁਰੂ ਦੇ ਗੁਣ ਗਾਇਨ ਹੀ ਕਰਦੀ ਰਹਿੰਦੀ ਹੈ। ਨਾਨਕ ਗੁਰਮਤਿ ਮਿਲਿਆ ਮੀਤ, ਮਹਾਰਾਜ ਕਹਿੰਦੇ ਉਹ ਮਿੱਤਰ ਰੂਪ ਵਾਹਿਗੁਰੂ ਅਕਾਲ ਪੁਰਖ ਨੂੰ ਮਿਲਣਾ ਤਾਂ ਗੁਰਮਤਿ ਲੈ ਲਓ ਪਹਿਲਾਂ। ਗੁਰ ਸਿੱਖਿਆ, ਗੁਰ ਸਾਖੀ ਜੋਤ ਪ੍ਰਗਟ ਹੋਏ। ਮਹਾਰਾਜ ਗੁਰ ਸਿੱਖਿਆ ਕੀ ਆਪ ਜੀ ਦੀ ਸਾਨੂੰ ਉਹੀ ਕਿਰਪਾ ਕਰਕੇ ਸੁਣਾ ਦਿਓ। ਸੋ ਮਹਾਰਾਜ ਕਹਿੰਦੇ ਇਹਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਨਾ ਭਾਈ, ਇਹ ਸਰੀਰ ਨੂੰ ਗਾਲ ਦਿੰਦੇ ਨੇ। ਇਸ ਕਰਕੇ ਜਿਹੜੀ ਗੁਰ ਸਿੱਖਿਆ 18ਵੀਂ ਪੌੜੀ 'ਚ ਤੁਹਾਨੂੰ ਦੱਸਦੇ ਆ, ਕਾਮ ਕ੍ਰੋਧ ਕਾਇਆ ਕਉ ਗਲ ਹੈ। ਕਹਿੰਦੇ ਕਾਮ ਕ੍ਰੋਧ ਜਿਹੜਾ ਹੈ
ये शरीर नूं गाल दिंदा है। काम भी बंदे छड्डदा कख नहीं ते क्रोध भी नहीं छड्डदा। ये दोनों ही वड्डियां बीमारियां लोभ मोह हंकार दा ते इत्थे नाम हले नहीं लिया है, क्योंकि क्रोध करके ही सारियां बीमारियां आउंदियां, काम करके बीमारियां आउंदियां। महाराज कहंदे ने, डॉक्टरी बड़ी सोहनी गुरबाणी विच महाराज ने वैदगिरी सब दसती भी ये दो चीज़ां जिहड़ियां शरीर नूं खराब करदियां। शरीर गलदा ही इन्हां करके है। ज्यों कंचन सुहागा ढल, एक खारी चीज़ हुंदी है सुहागा, एक कुठाली विच सुनियारा पा दिंदा तां सोना ढल जांदा एकदम। इसे प्रकार काम अते क्रोध शरीर नूं ढाल दिंदे ने, बिल्कुल ही सत्यानाश कर दिंदे ने इहदा। ताइयों सतगुरां ने कहा जात पहारा। इसे करके सतगुरु कहने सारिਆਂ नालों वड्डी गल है जत गंढी सत वट। जत रखना वड्डी गल है। कस कसवटी सह सो ताओ, सहदा है ताओ नूं, ताव नूं अग्नि दे ताओ नूं सहारदा है सोना। जदों सुहागा पा दिता जांदा है 12 वारी करदा सुनियारा, 12 वारी शुद्ध करके फिर वो 12 बन्नी का सोना बन जाता है। फिर इन्ना लिशकदा है, बड़ा सोहना लगता है, पर फिर भी कहते कस कसवटी सह सुताओ। फिर भी वो कसवटी ते ला के देखदा उन्हें, फिर वो किते पूरा उतरदा। इन्ना ताओ सहारन दे बाद सतगुरु भी इसे तरह सिख नूं देखदे ने, बार बार परखदे ने। जब माता जी ने कहा ये सिंह थोड़े वास्ते लड़ते ने, घर बार छड्डे ने, तुसीं इन्हां नूं प्रसादा तक नहीं दिंदे, बेचारे भुखे मरी जा रहे ने, हड्डियां निकल आईयां इन्हां दियां। महाराज 10वें पातशाह कहंदे मैं इन्हां नूं तप करवा रहा। क्यों तप करवा के मैं इन्हां दे जिहड़े ना पिछले जन्मां दे कीते होए कर्म ने, किरेमान कर्म, उन्हां दे बने ने संचित कर्म। मैं संचित कर्म जिहड़े जमा पए ने वो साड़ने ने, भुखे रख रख इन्हां नूं, ते फिर इन्हां नूं दवांगा भी बहुत कुछ। माता जी हुण तां दुख सहार लैणगे, पर इतने सुख देंगा खालसे नूं कि इतने सुख होणगे कि दुनिया कोल ना सुख होणगे ने। इसे करके मैं इन्हां नूं चढ़ा रहा कसवट्टी दे उत्ते, बार बार इन्हां नूं भट्ठी च पा रहा। तां महाराज कहंदे नदर सराफ वन्नी सचड़ाओ। कहंदे फिर जाके वन्नी सचड़ाओ, सच्चा रंग चढ़दा है, फिर सराफ दी नदर विच आउंदा है। फिर जाके वो कहंदा कि हाँ हुण खरा है ये, पर इस संसार दी हालत की है। जगत पशु अंग काल कसाई। कहंदे अंग हंकार रूपी जिहड़ा काल है तां कसाई बनिया होया है। ये जिहड़ा संसार है जगत सारा ये पशु बनिया होया है। ये हंकार इहदे उत्ते अपना गलबा पाई फिरदा है। ते ये काल, ये मौत, ये हंकार, ये जगत पशु है, इनू समझ नहीं किसी गल दी। पर कहंदे ये भी की करन, कर करता करनी कर पाई। करता अकाल पुरख वाहिगुरू ने जिहड़ी करनी है इन्हां दे कर हत्थ विच पा दित्ती। हरेक दे हत्थ विच उहदा धंधा दे दिता, तूं आ करना है, तूं आ करना है, तूं आ किरत करनी है। जिन कीती तिन कीमत पाई। ये जिन्हें कीती पैदा सृष्टि उसे ने इहदी कीमत पाई है, बाकी तो कोई कीमत पा नहीं सकिया। होर क्या कही है, किछ कहण ना जाई, कुछ कहा नहीं जा सकता, होर असीं की कहीए। ये गुरां दा उपदेश है। इस करके सतगुरु महाराज सच्चे पातशाह कहंदे ने जिन्हां ने उपदेश नूं चंगी तरह सुनिया भी काम क्रोध आदਿਕ जिहड़ियां चीज़ां ने ये शरीर नूं गालदियां ने। सतगुरु नूं सिख फिर भाउंदा नहीं है। भाउंदे महाराज जी किहड़े ने फिर? तो 19वीं पौड़ी विच कहंदे खोजत खोजत अमृत पीया। जिन्हां ने शरीर दे अंदर भाई खोजिया है, अपने आप नूं अंदरों खोजना है, बाहर खोजना। बाहर तो बहुत सो जिवें निक्सन अमरीकन राष्ट्रपति बहुत पहला होया, ਉਹਦੀ निजी डायरी विच ਇਹ कहंदे लिखिया होया सी, कहंदे मैं साइंसदानां नूं अपील करांगा ਇਹ कि बाहर की खोज तो बंदा बहुत करता, तुसीं खोजां करी जाओ, दरख्तां दीयां खोजां, पंछियां दीयां खोजां, समुंदर दीयां खोजां, आकाश दीयां खोजां, पता नहीं की खोजते रहंदे हो।
पर मैं साइंसदानां नूं ये कहांगा कि मन नूं खोजो, मन नूं कि मन की है। महाराज कहते ने खोजत खोजत अमृत पिया, सुर नार मोरजन अमृत खोज दे, सो अमृत गुर ते पाया।